ਮੇਰੇ ਦਿਲ ਦੀ ਤਰ੍ਹਾਂ ਅੱਜ ਦੀ ਸ਼ਾਮ ਵੀ ਬਹੁਤ ਉਦਾਸ ਸੀ। ਮੇਰੇ ਪਤੀ ਮਨਵੀਰ ਦਾ ਅਮਰੀਕਾ ਦਾ ਵੀਜ਼ਾ ਲੱਗ ਚੁੱਕਿਆ ਸੀ। ਮੈਂ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਮਨਵੀਰ ਤੋਂ ਬਿਨਾਂ ਕਿਵੇਂ ਰਹਾਂਗੀ। ਸਾਡੇ ਇੱਕ ਸਾਂਝਾ ਪਰਿਵਾਰ ਸੀ। ਘਰ ਵਿੱਚ ਹਮੇਸ਼ਾ ਸ਼ੋਰ ਸ਼ਰਾਬਾ ਰਹਿੰਦਾ ਸੀ। ਮੇਰਾ ਸਹੁਰਾ ਤੇ ਸੱਸ ਵੀ ਸਖਤ ਮਿਜ਼ਾਜ ਦੇ ਸਨ। ਹਮੇਸ਼ਾ ਆਪਣਾ ਹੁਕਮ ਚਲਾਉਂਦੇ ਰਹਿੰਦੇ। ਮੈਂ ਇੱਕ ਨੰਬਰ ਦੀ ਡਰਪੋਕ ਸੀ। ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ। ਬਸ 10ਵੀਂ ਕਲਾਸ ਤੱਕ ਹੀ ਪੜ੍ਹੀ ਸੀ। ਮਾਤਾ ਪਿਤਾ ਦੀ ਮੌਤ ਹੋ ਜਾਣ ਕਾਰਨ ਮੈਨੂੰ ਮੇਰੀ ਮਾਸੀ ਨੇ ਪਾਲਿਆ ਸੀ ਤੇ ਮੇਰੇ ਅੰਦਰ ਆਤਮ ਵਿਸ਼ਵਾਸ ਦੀ ਬਹੁਤ ਕਮੀ ਸੀ। ਜਦੋਂ ਮਨਵੀਰ ਦਾ ਰਿਸ਼ਤਾ ਮੇਰੇ ਲਈ ਆਇਆ ਤਾਂ ਮੇਰੀ ਮਾਸੀ ਨੇ ਝੱਟ ਹਾਂ ਕਰ ਦਿੱਤੀ। ਇਹ ਵੀ ਨਹੀਂ ਦੇਖਿਆ ਕਿ ਪਰਿਵਾਰ ਕਿਸ ਤਰ੍ਹਾਂ ਦਾ ਹੈ। ਉਹ ਸਾਰੇ ਜਾਨਵਰਾਂ ਦੀ ਤਰ੍ਹਾਂ ਰਹਿੰਦੇ ਸਨ। ਘਰ ਵੀ ਬਹੁਤ ਛੋਟਾ ਸੀ। ਘਰ ਵਿੱਚ ਜਦੋਂ ਵੀ ਖਾਣਾ ਬਣਦਾ ਉਹ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਹਿਲਾਂ ਕਦੇ ਖਾਧਾ ਹੀ ਨਾ ਹੋਵੇ। ਮੈਨੂੰ ਤਾਂ ਕਦੇ ਪੇਟ ਭਰ ਕੇ ਖਾਣਾ ਮਿਲਿਆ ਹੀ ਨਹੀਂ। ਤਾਨੇ ਬਥੇਰੇ ਮਿਲ ਜਾਂਦੇ ਸੁਣਨ ਨੂੰ। ਮਨਵੀਰ 2 ਸਾਲ ਬੇਰੁਜ਼ਗਾਰ ਸੀ। ਬਹੁਤ ਮੁਸ਼ਕਿਲ ਨਾਲ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਮਿਲਿਆ ਸੀ। ਸਾਡਾ ਇੱਕ ਬੇਟਾ ਵੀ ਸੀ। ਜਦੋਂ ਵੀਜ਼ਾ ਆਇਆ ਤੇ ਮੇਰੇ ਪਤੀ ਮੈਨੂੰ ਤਸੱਲੀ ਦਿੰਦੇ ਕਹਿਣ ਲੱਗੇ ਕਿ ਮੈਂ ਬਹੁਤ ਸਖਤ ਮਿਹਨਤ ਕਰਾਂਗਾ, ਆਪਣੇ ਸਾਰੇ ਸੁਪਨੇ ਪੂਰੇ ਕਰਾਂਗੇ ਤੇ ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗਾ। ਜਦੋਂ ਮੇਰੇ ਪਤੀ ਮੈਨੂੰ ਇਹ ਗੱਲਾਂ ਕਹਿ ਰਹੇ ਸਨ ਤਾਂ ਮੇਰੀ ਸੱਸ ਤੇ ਨਨਾਣ ਨੇ ਸਾਰੀਆਂ ਗੱਲਾਂ ਸੁਣ ਲਈਆਂ। ਤਾਂ ਮੇਰੀ ਸੱਸ ਕਹਿਣ ਲੱਗੀ, ਤੈਨੂੰ ਪਾਲ ਪੋਸ ਕੇ ਅਸੀਂ ਵੱਡਾ ਕੀਤਾ ਤੇ ਸੁਪਨੇ ਤੂੰ ਆਪਣੀ ਪਤਨੀ ਦੇ ਪੂਰੇ ਕਰੇਂਗਾ। ਮਨਵੀਰ ਚੁੱਪਚਾਪ ਆਪਣੀ ਮਾਂ ਦੀਆਂ ਗੱਲਾਂ ਸੁਣਦੇ ਰਹੇ। ਮੇਰੀ ਵੀ ਹਿੰਮਤ ਨਾ ਹੋਈ ਕੁਝ ਬੋਲਣ ਦੀ। ਫਿਰ ਮਨਵੀਰ ਚਲੇ ਗਏ ਤੇ ਮੇਰੀ ਜ਼ਿੰਦਗੀ ਵਿੱਚ ਸਨਾਟਾ ਛਾ ਗਿਆ। ਪਰ ਸਿਰਫ ਮੇਰੇ ਦਿਲ ਵਿੱਚ ਘਰ ਦਾ ਤਾਂ ਉਹੀ ਹਾਲ ਸੀ। ਬਸ ਇਸੇ ਤਰ੍ਹਾਂ ਦਿਨ ਗੁਜ਼ਰਦੇ ਰਹੇ। ਮੇਰੀਆਂ ਪਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਸਨ। ਸਭ ਤੋਂ ਵੱਡੀ ਗੱਲ ਸੀ ਕਿ ਮੇਰਾ ਪਤੀ ਮਨਵੀਰ ਦੀ ਕੋਈ ਖਬਰ ਵੀ ਨਹੀਂ ਸੀ। ਘਰੋਂ ਜਾਣ ਤੋਂ ਬਾਅਦ ਉਹਨਾਂ ਨਾਲ ਕੋਈ ਵੀ ਗੱਲ ਨਹੀਂ ਸੀ ਹੋ ਪਾ ਰਹੀ। ਮੇਰੇ ਕੋਲ ਤਾਂ ਕਮਰਾ, ਉਸ ਵਿੱਚੋਂ ਵੀ ਮੈਨੂੰ ਬਾਹਰ ਕੱਢ ਦਿੱਤਾ ਸੀ। ਉਹ ਕਮਰਾ ਮੇਰੇ ਦਿਓਰ ਨੂੰ ਦੇ ਦਿੱਤਾ। ਮੈਂ ਕਿਹਾ ਆਪਣੀ ਸੱਸ ਨੂੰ ਕਿ ਬੱਚੇ ਨਾਲ ਮੈਂ ਕਿੱਥੇ ਰਵਾਂਗੀ ਤਾਂ ਉਹ ਕਹਿਣ ਲੱਗੀ ਕਿ ਵਰਾਂਡੇ ਵਿੱਚ ਬਥੇਰੀ ਜਗ੍ਹਾ ਏ। ਮੇਰੀ ਸੱਸ ਨੇ ਬਹੁਤ ਬੇਪਰਵਾਹੀ ਨਾਲ ਜਵਾਬ ਦਿੱਤਾ। ਮੈਂ ਕੀ ਕਰਦੀ? ਮੇਰੇ ਪਤੀ ਦੀ ਵੀ ਤਾਂ ਕੋਈ ਖਬਰ ਨਹੀਂ ਸੀ। ਮੈਂ ਚੁੱਪ ਕਰਕੇ ਆਪਣਾ ਬਿਸਤਰਾ ਵਰਾਂਡੇ ਵਿੱਚ ਵਿਛਾ ਲਿਆ। ਮੈਨੂੰ ਸਿਲਾਈ ਦਾ ਕੰਮ ਆਉਂਦਾ ਸੀ, ਇਸ ਲਈ ਆਪਣੇ ਛੋਟੇ-ਮੋਟੇ ਖਰਚ ਉਠਾ ਲੈਂਦੀ ਸੀ। ਪਰ ਇਸ ਦੇ ਬਾਵਜੂਦ ਵੀ ਮੇਰੀ ਸੱਸ ਦੇ ਤਾਨੇ ਸੁਣਨੇ ਪੈਂਦੇ ਸਨ। ਮੇਰੀ ਮਾਸੀ ਜਿਸ ਨੇ ਮੈਨੂੰ ਪਾਲਿਆ ਸੀ ਉਸ ਦੀ ਵੀ ਮੌਤ ਹੋ ਚੁੱਕੀ ਸੀ। ਮੇਰੇ ਕੋਲ ਕੋਈ ਦੂਜਾ ਰਸਤਾ ਵੀ ਨਹੀਂ ਸੀ। ਘਰ ਵਿੱਚ ਸਭ ਦਾ ਖਾਣਾ ਮੈਂ ਬਣਾਉਂਦੀ, ਬਾਕੀ ਤਾਂ ਆਰਾਮ ਕਰਦੇ। ਇੱਕ ਦਿਨ ਮੇਰੇ ਬੇਟੇ ਨੂੰ ਬੁਖਾਰ ਹੋ ਗਿਆ ਜਿਸ ਕਰਕੇ ਮੈਂ ਰੋਟੀ ਨਾ ਬਣਾ ਸਕੀ। ਬਸ ਫਿਰ ਕੀ ਸੀ, ਮੇਰੇ ਉੱਪਰ ਕਿਆਮਤ ਆ ਗਈ। ਸੱਸ ਨੇ ਬੋਲ-ਬੋਲ ਕੇ ਘਰ ਸਿਰ ਤੇ ਚੁੱਕ ਲਿਆ। ਮੈਨੂੰ ਬੁਰਾ ਭਲਾ ਕਹਿਣ ਲੱਗੀ। ਜਦੋਂ ਮੇਰੀ ਸੱਸ ਨੇ ਇੰਨਾ ਹੰਗਾਮਾ ਕਰ ਦਿੱਤਾ ਤਾਂ ਮੈਥੋਂ ਬਰਦਾਸ਼ਤ ਨਹੀਂ ਹੋਇਆ। ਮੈਂ ਗੁੱਸੇ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਬੇਟੇ ਨੂੰ ਪੇਕਿਆਂ ਤੋਂ ਲੈ ਕੇ ਨਹੀਂ ਆਈ। ਮੈਂ ਸਭ ਦਾ ਖਾਣਾ ਬਣਾਉਂਦੀ ਹਾਂ, ਸਿਲਾਈ ਵੀ ਕਰਦੀ ਹਾਂ। ਅੱਜ ਮੇਰੇ ਬੇਟੇ ਨੂੰ ਬੁਖਾਰ ਸੀ ਤਾਂ ਰੋਟੀ ਨਹੀਂ ਬਣਾ ਸਕੀ ਤਾਂ ਤੁਸੀਂ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਹਨ। ਮੇਰੇ ਇੰਨਾ ਕੁ ਬੋਲਣ ਤੇ ਮੇਰੀ ਸੱਸ ਨੇ ਮੇਰੇ ਮੂੰਹ ਤੇ ਥੱਪੜ ਜੜ ਦਿੱਤਾ। ਮੈਂ ਤਾਂ ਸਭ ਦੀਆਂ ਅੱਖਾਂ ਵਿੱਚ ਪਹਿਲਾਂ ਹੀ ਖਟਕਦੀ ਸੀ। ਹੁਣ ਤਾਂ ਉਹਨਾਂ ਨੂੰ ਮੌਕਾ ਮਿਲ ਗਿਆ ਮੇਰੇ ਤੋਂ ਛੁਟਕਾਰਾ ਪਾਉਣ ਦਾ। ਉਹਨਾਂ ਸਭ ਨੇ ਮਿਲ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਂ 3 ਸਾਲ ਦੇ ਬੇਟੇ ਨੂੰ ਗੋਦ ਵਿੱਚ ਚੁੱਕ ਕੇ ਹੈਰਾਨ ਪਰੇਸ਼ਾਨ ਹੋ ਕੇ ਖੜੀ ਸੀ। ਉਹ ਇੰਨੇ ਜ਼ਾਲਮ ਕਿਵੇਂ ਹੋ ਸਕਦੇ ਸੀ? ਮੇਰਾ ਨਹੀਂ ਤਾਂ ਘੱਟੋ ਘੱਟ ਬੱਚੇ ਦਾ ਤਾਂ ਖਿਆਲ ਕਰ ਲੈਂਦੇ। ਇਹ ਤਾਂ ਉਹਨਾਂ ਦਾ ਆਪਣਾ ਹੀ ਖੂਨ ਸੀ। ਮੈਂ ਰਿਕਸ਼ੇ ਵਿੱਚ ਬੈਠ ਕੇ ਬੱਸ ਅੱਡੇ ਪਹੁੰਚੀ। ਮੈਂ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਗਈ ਤਾਂ ਉਹਨਾਂ ਨੇ ਬੜਾ ਠੰਡਾ ਸਵਾਗਤ ਕੀਤਾ। ਮੈਨੂੰ ਸਾਫ਼ ਸ਼ਬਦਾਂ ਵਿੱਚ ਹੀ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਇਸ ਤਰ੍ਹਾਂ ਕਿਸੇ ਦਾ ਘਰ ਵਿੱਚ ਰਹਿਣਾ ਪਸੰਦ ਨਹੀਂ ਹੈ, ਇਸ ਲਈ ਤੂੰ ਰਾਤ ਕੱਟ ਕੇ ਸਵੇਰੇ ਚਲੀ ਜਾਵੀਂ। ਮੈਂ ਕਿਸੇ ਤਰ੍ਹਾਂ ਉੱਥੇ ਵਰਾਂਡੇ ਵਿੱਚ ਠੰਡ ਵਿੱਚ ਰਾਤ ਕੱਟੀ ਤੇ ਮੈਂ ਸਵੇਰੇ ਉੱਥੋਂ ਚਲੀ ਗਈ। ਰਸਤੇ ਵਿੱਚੋਂ ਆਪਣੇ ਬੱਚੇ ਲਈ ਬਿਸਕਿਟ ਤੇ ਕੁਝ ਹੋਰ ਖਾਣ ਪੀਣ ਦਾ ਸਮਾਨ ਲਿਆ। ਫਿਰ ਮੈਨੂੰ ਆਪਣੀ ਇੱਕ ਜਾਣ ਪਛਾਣ ਦੀ ਦੀਦੀ ਦਾ ਖਿਆਲ ਆਇਆ ਜੋ ਕਿ ਉਸੇ ਸ਼ਹਿਰ ਵਿੱਚ ਰਹਿੰਦੀ ਸੀ। ਮੈਂ ਦੀਦੀ ਦੇ ਘਰ ਪਹੁੰਚੀ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਮੈਂ ਉਸ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਮੈਨੂੰ ਕਹਿਣ ਲੱਗੀ ਕਿ ਪਰੇਸ਼ਾਨ ਨਾ ਹੋ, ਇੱਥੇ ਇੱਕ ਮਕਾਨ ਖਾਲੀ ਹੈ, ਉਸ ਨੂੰ ਕਿਰਾਏ ਤੇ ਲੈ ਲੈਂਦੇ ਹਾਂ। ਮੇਰੇ ਕੋਲ ਸਿਲਾਈ ਵਾਲੇ ਕੁਝ ਪੈਸੇ ਸਨ। ਇਸ ਤਰ੍ਹਾਂ ਮੇਰੀ ਇੱਕ ਮੁਸ਼ਕਿਲ ਤਾਂ ਹੱਲ ਹੋ ਗਈ। ਚੰਗੀ ਗੱਲ ਇਹ ਸੀ ਕਿ ਉੱਥੇ ਨੇੜੇ ਹੀ ਇੱਕ ਕੱਪੜਿਆਂ ਦਾ ਕਾਰਖਾਨਾ ਸੀ। ਦੀਦੀ ਕਹਿਣ ਲੱਗੀ ਕਿ ਮੈਂ ਕੋਸ਼ਿਸ਼ ਕਰਾਂਗੀ ਜੇ ਤੈਨੂੰ ਕੋਈ ਕੰਮ ਮਿਲ ਜਾਵੇ। ਫਿਰ ਮੈਂ ਦੀਦੀ ਨਾਲ ਮਕਾਨ ਦੇਖਣ ਗਈ। ਮਕਾਨ ਮਾਲਿਕ ਥੋੜਾ ਸਖਤ ਮਿਜਾਜ ਦਾ ਸੀ। ਮਕਾਨ ਵੀ ਥੋੜਾ ਛੋਟਾ ਸੀ ਪਰ ਮੈਨੂੰ ਕਿਸੇ ਮਹਿਲ ਤੋਂ ਘੱਟ ਨਹੀਂ ਲੱਗ ਰਿਹਾ ਸੀ। ਮੈਂ 1 ਮਹੀਨੇ ਦਾ ਕਿਰਾਇਆ ਐਡਵਾਂਸ ਵਿੱਚ ਦੇ ਦਿੱਤਾ ਤੇ ਘਰ ਦੀ ਚਾਬੀ ਲੈ ਲਈ। ਹੌਲੀ-ਹੌਲੀ ਦਿਨ ਗੁਜ਼ਰਦੇ ਗਏ। ਮੈਨੂੰ ਕਾਰਖਾਨੇ ਵਿੱਚ ਸਿਲਾਈ ਦਾ ਕੰਮ ਵੀ ਮਿਲ ਗਿਆ। ਕੰਮ ਕਰਕੇ ਮੇਰਾ ਹਾਲ ਬੁਰਾ ਹੋ ਜਾਂਦਾ।
ਪਰ ਜਦੋਂ ਪੈਸੇ ਮਿਲਦੇ ਤਾਂ ਸਾਰੀ ਥਕਾਨ ਦੂਰ ਹੋ ਜਾਂਦੀ। ਜਦੋਂ ਕੋਈ ਸ਼ਰੀਫ ਔਰਤ ਇਕੱਲੀ ਹੋਵੇ ਤਾਂ ਉਸ ਨੂੰ ਬਹੁਤ ਚੁਕੰਨਾ ਰਹਿਣਾ ਪੈਂਦਾ ਹੈ। ਮੈਂ ਆਮ ਗੁਆਂਢ ਵਿੱਚ ਵੀ ਡਰਦੀ ਨਹੀਂ ਸੀ ਜਾਂਦੀ, ਕਿਉਂਕਿ ਹਰ ਘਰ ਵਿੱਚ ਮਰਦ ਵੀ ਸਨ। ਹੁਣ ਖਾਣ ਪੀਣ ਤੇ ਰਹਿਣ ਸਹਿਣ ਦੀ ਕੋਈ ਚਿੰਤਾ ਨਹੀਂ ਸੀ, ਪਰ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ, ਜਿਸ ਬਾਰੇ ਮੈਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ। ਮੈਂ ਉਹਨਾਂ ਨੂੰ ਯਾਦ ਕਰਕੇ ਬਹੁਤ ਰੋਂਦੀ। ਮੈਂ ਸਸੁਰਾਲ ਵਾਲਿਆਂ ਨੂੰ ਵੀ ਪਤੀ ਬਾਰੇ ਖਬਰ ਲੈਣ ਲਈ ਫੋਨ ਕਰਦੀ, ਪਰ ਉਹ ਮੇਰੀ ਆਵਾਜ਼ ਸੁਣ ਕੇ ਫੋਨ ਕੱਟ ਦਿੰਦੇ। ਇੰਜ ਲੱਗਦਾ ਜਿਵੇਂ ਉਹ ਮੈਥੋਂ ਜਾਨ ਛੁਡਾ ਕੇ ਪੂਰੇ ਖੁਸ਼ ਹਨ। ਮੇਰੇ ਘਰ ਦੇ ਬਰਾਬਰ ਇੱਕ ਔਰਤ ਰਹਿੰਦੀ ਸੀ। ਉਸ ਨਾਲ ਮੇਰੀ ਚੰਗੀ ਜਾਣ ਪਛਾਣ ਹੋ ਗਈ ਸੀ। ਅਸੀਂ ਇੱਕ ਦੂਜੇ ਦੇ ਘਰ ਵੀ ਆਇਆ ਜਾਇਆ ਕਰਦੀਆਂ। ਇੱਕ ਦਿਨ ਮੈਥੋਂ ਰਿਹਾ ਨਾ ਗਿਆ। ਮੈਂ ਆਪਣੇ ਸਸੁਰਾਲ ਮਨਵੀਰ ਦੀ ਖਬਰ ਲੈਣ ਪਹੁੰਚ ਗਈ, ਪਰ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਇੱਕ ਹਾਦਸੇ ਵਿੱਚ ਮੇਰੇ ਸੱਸ ਸਹੁਰੇ ਤੇ ਇੱਕ ਜੇਠ ਦੀ ਮੌਤ ਹੋ ਗਈ ਹੈ। ਮੈਂ ਰੋਂਦੀ ਹੋਈ ਵਾਪਸ ਆ ਗਈ, ਪਰ ਇੱਕ ਵਾਰ ਫਿਰ ਰੱਬ ਨੇ ਮੇਰੇ ਤੇ ਮੁਸ਼ਕਿਲ ਦਾ ਸਮਾਂ ਲਿਆ ਦਿੱਤਾ। ਮੈਨੂੰ ਕਾਰਖਾਨੇ ਵਿੱਚ ਕੰਮ ਮਿਲਣਾ ਘਟ ਗਿਆ, ਜਿਸ ਕਰਕੇ ਪੈਸੇ ਦੀ ਘੱਟ ਮਿਲਦੇ ਸਨ। ਮੈਂ ਫਿਰ ਤੋਂ ਪਰੇਸ਼ਾਨ ਰਹਿਣ ਲੱਗੀ। ਇੱਕ ਸਮਾਂ ਅਜਿਹਾ ਵੀ ਆਇਆ ਕਿ ਕੰਮ ਮਿਲਣਾ ਬੰਦ ਹੀ ਹੋ ਗਿਆ। ਪਰੇਸ਼ਾਨੀ ਹੀ ਪਰੇਸ਼ਾਨੀ ਸੀ। ਅਕਸਰ ਮੇਰੀ ਗੁਆਂਢਣ ਕਹਿੰਦੀ ਕਿ ਇਸ ਘਰ ਵਿੱਚ ਰਹਿਣ ਵਾਲਾ ਜ਼ਿਆਦਾ ਦੇਰ ਤੱਕ ਖੁਸ਼ ਨਹੀਂ ਰਹਿੰਦਾ, ਕਿਉਂਕਿ ਇੱਥੇ ਇੱਕ ਲੁਟੇਰੇ ਪੁਲਿਸ ਨਾਲ ਲੜਾਈ ਵਿੱਚ ਮਾਰਿਆ ਗਿਆ ਸੀ। ਉਹ ਲੁਟੇਰਾ ਇਸ ਘਰ ਵਿੱਚ ਛੁਪਿਆ ਹੋਇਆ ਸੀ, ਜਿੱਥੇ ਪੁਲਿਸ ਨੇ ਉਸ ਨੂੰ ਮਾਰ ਦਿੱਤਾ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਵਹਿਮ ਹੋਣ ਲੱਗ ਪਿਆ ਸੀ। ਮੈਂ ਹੋਰ ਵੀ ਡਰ ਗਈ। ਡਰਦੇ ਡਰਦੇ ਮੈਂ ਕਈ ਦਿਨ ਗੁਜ਼ਾਰ ਦਿੱਤੇ। ਇੱਕ ਦਿਨ ਦੁਪਹਿਰ ਦਾ ਸਮਾਂ ਸੀ। ਮੇਰਾ ਬੇਟਾ ਸੌਂ ਰਿਹਾ ਸੀ। ਮੈਂ ਰੱਬ ਅੱਗੇ ਸਭ ਠੀਕ ਕਰਨ ਲਈ ਪ੍ਰਾਰਥਨਾ ਕਰ ਰਹੀ ਸੀ। ਹੁਣ ਤਾਂ ਬਚੇ ਹੋਏ ਪੈਸੇ ਵੀ ਖਤਮ ਹੋ ਗਏ ਸਨ। ਖਾਣ ਲਈ ਕੁਝ ਵੀ ਨਹੀਂ ਸੀ। ਮੈਂ ਵਿਹੜੇ ਵਿੱਚ ਇੱਕ ਪਾਸੇ ਥੋੜ੍ਹੀਆਂ ਬਹੁਤ ਸਬਜ਼ੀਆਂ ਉਗਾਈਆਂ ਹੋਈਆਂ ਸਨ। ਮੈਂ ਉੱਥੇ ਬੀਜੇ ਆਲੂ ਪੁੱਟਣ ਲਈ ਇੱਕ ਖੁਰਪਾ ਲੈ ਕੇ ਆਲੂ ਪੁੱਟਣ ਲੱਗੀ। ਜਦੋਂ ਖੁਰਪਾ ਸ਼ੁਰੂ ਕੀਤਾ ਤਾਂ ਮੈਨੂੰ ਹੇਠਾਂ ਕੋਈ ਸਖਤ ਚੀਜ਼ ਹੋਣ ਦਾ ਅਹਿਸਾਸ ਹੋਇਆ। ਮੈਂ ਹੋਰ ਖੋਦਣਾ ਸ਼ੁਰੂ ਕੀਤਾ। ਮੈਂ ਜਲਦੀ ਮਿੱਟੀ ਖੋਦਣ ਲੱਗੀ। ਮੈਨੂੰ ਥੱਲਿਓਂ ਇੱਕ ਡੱਬਾ ਦਿਖਾਈ ਦਿੱਤਾ। ਮੈਂ ਡੱਬਾ ਖੋਲ੍ਹ ਕੇ ਦੇਖਿਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਉਹ ਡੱਬੇ ਵਿੱਚ ਬਹੁਤ ਸਾਰੇ ਪੈਸੇ ਤੇ ਗਹਿਣੇ ਸਨ। ਮੈਂ ਉਹ ਡੱਬਾ ਲੈ ਕੇ ਕਮਰੇ ਵਿੱਚ ਆ ਗਈ। ਮੈਨੂੰ ਲੱਗਿਆ ਹੁਣ ਮੇਰੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਮੈਂ ਉਹ ਟੋਆ ਚੰਗੀ ਤਰ੍ਹਾਂ ਦੁਬਾਰਾ ਭਰ ਦਿੱਤਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਮੈਂ ਹੌਲੀ ਕਰਕੇ ਸਭ ਉਧਾਰ ਚੁਕਾਉਣੇ ਸ਼ੁਰੂ ਕਰ ਦਿੱਤੇ। ਮੈਂ ਇੱਕਦਮ ਪੈਸੇ ਬਾਹਰ ਨਹੀਂ ਕੱਢੇ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋ ਜਾਵੇ। ਮੈਂ ਸਭ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਮੇਰੇ ਪਤੀ ਨੇ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮੈਂ ਇੱਕ ਇਕੱਲੀ ਮਜਬੂਰ ਔਰਤ ਸੀ। ਜੋ ਕਿਸੇ ਨੂੰ ਜਰਾ ਵੀ ਸ਼ੱਕ ਹੋ ਜਾਂਦਾ ਤੇ ਮੇਰੇ ਕੋਲੋਂ ਇੰਨੇ ਪੈਸੇ ਹਨ ਤਾਂ ਨਾ ਜਾਣੇ ਮੇਰੇ ਨਾਲ ਕੀ ਹੋ ਜਾਂਦਾ। ਇਸ ਲਈ ਮੈਂ ਹਮੇਸ਼ਾ ਆਪਣੀ ਗਰੀਬੀ ਦਾ ਰੋਣਾ ਰੋਂਦੀ ਰਹਿੰਦੀ। ਖਰਚਾ ਵੀ ਜ਼ਰੂਰਤ ਦੇ ਹਿਸਾਬ ਨਾਲ ਹੀ ਕਰਦੀ। ਸ਼ਾਇਦ ਇਹ ਪੈਸੇ ਉਸ ਲੁਟੇਰੇ ਨੇ ਹੀ ਦੱਬੇ ਹੋਣਗੇ ਜੋ ਇਸ ਘਰ ਵਿੱਚ ਪੁਲਿਸ ਦੁਆਰਾ ਮਾਰਿਆ ਗਿਆ ਸੀ। ਫਿਰ ਇੱਕ ਦਿਨ ਗੁਆਂਢਣ ਤੋਂ ਇੱਕ ਔਰਤ ਮੇਰੇ ਘਰ ਆਈ। ਮੈਨੂੰ ਪੁੱਛਣ ਲੱਗੀ ਕਿ ਘਰ ਦਾ ਖਰਚਾ ਕਿਵੇਂ ਚੱਲਦਾ ਹੈ। ਮੈਂ ਕਿਹਾ ਚੰਗਾ ਚੱਲ ਰਿਹਾ ਹੈ, ਬਸ ਰੋਟੀ ਪਾਣੀ ਚੱਲੀ ਜਾਂਦਾ ਹੈ। ਉਹ ਕਹਿਣ ਲੱਗੀ ਕਿ ਪੈਸੇ ਦੀ ਤੰਗੀ ਹੈ ਤਾਂ ਮੈਨੂੰ ਦੱਸ, ਮੈਂ ਤੈਨੂੰ ਇੱਕ ਚੰਗੀ ਜਗ੍ਹਾ ਤੇ ਕੰਮ ਲਵਾ ਦੇਵਾਂਗੀ। ਤੂੰ ਸੋਹਣੀ ਵੀ ਹੈ, ਕੰਮ ਛੇਤੀ ਮਿਲ ਜਾਵੇਗਾ। ਮੈਂ ਹੈਰਾਨ ਹੋ ਕੇ ਪੁੱਛਿਆ, ਕੰਮ ਨਾਲ ਸੋਹਣੇ ਹੋਣ ਦਾ ਕੀ ਲੈਣ ਦੇਣ? ਉਹ ਕਹਿਣ ਲੱਗੀ ਕਿ ਇੱਕ ਕੋਠੀ ਹੈ, ਉਸ ਦੇ ਮਾਲਕ ਨੂੰ ਖੂਬਸੂਰਤ ਲੜਕੀਆਂ ਦੀ ਜ਼ਰੂਰਤ ਹੈ, ਬਹੁਤ ਪੈਸਾ ਮਿਲੇਗਾ। ਸਮਝ ਰਹੀ ਹੈ ਮੇਰੀ ਗੱਲ? ਆਪਣੀ ਸੁੰਦਰਤਾ ਦਾ ਫਾਇਦਾ ਉਠਾ। ਉਸ ਦੀ ਗੱਲ ਸੁਣ ਕੇ ਮੇਰਾ ਦਿਲ ਕੀਤਾ ਕਿ ਮੈਂ ਉਸ ਦੇ ਮੂੰਹ ਤੇ ਥੱਪੜ ਜੜ ਦੇਵਾਂ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਉਸ ਨੂੰ ਕਿਹਾ ਕਿ ਮੇਰੇ ਘਰੋਂ ਬਾਹਰ ਹੋ ਜਾ ਤੇ ਦੁਬਾਰਾ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ। ਉਸ ਦੇ ਜਾਣ ਤੋਂ ਬਾਅਦ ਮੈਂ ਫੁੱਟ ਕੇ ਰੋਣ ਲੱਗ ਪਈ। ਮੇਰਾ ਕੋਈ ਸਹਾਰਾ ਨਹੀਂ ਸੀ। ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆ ਰਹੀ ਸੀ। ਰਾਤ ਨੂੰ ਮੈਂ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਦਰਵਾਜ਼ਾ ਖੜਕਿਆ ਤਾਂ ਮੈਂ ਡਰ ਗਈ ਕਿ ਇਸ ਸਮੇਂ ਕੌਣ ਹੋ ਸਕਦਾ ਹੈ। ਮੈਂ ਡਰਦੇ ਪੁੱਛਿਆ ਕਿ ਕੌਣ ਹੈ, ਪਰ ਇੱਕ ਮਰਦ ਦੀ ਆਵਾਜ਼ ਆਈ। ਇਹ ਤਾਂ ਮੇਰਾ ਮਕਾਨ ਮਾਲਕ ਸੀ। ਉਹ ਕਹਿਣ ਲੱਗਿਆ ਕਿ ਮੇਰੀ ਪਤਨੀ ਦੀ ਤਬੀਅਤ ਖਰਾਬ ਹੈ, ਮੇਰੀ ਮਦਦ ਕਰ ਦੇ। ਮੈਨੂੰ ਲੱਗਿਆ ਕਿ ਮੈਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਇਸ ਲਈ ਮੈਂ ਬਿਨਾਂ ਜ਼ਿਆਦਾ ਕੁਝ ਸੋਚੇ ਦਰਵਾਜ਼ਾ ਖੋਲ੍ਹ ਦਿੱਤਾ। ਪਰ ਇਹ ਮੇਰੀ ਸਭ ਤੋਂ ਵੱਡੀ ਗਲਤੀ ਸੀ। ਮੈਂ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ, ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਮੈਨੂੰ ਅੰਦਰ ਵੱਲ ਧੱਕ ਦਿੱਤਾ। ਉਹ ਮੈਨੂੰ ਗਲਤ ਗੱਲਾਂ ਬੋਲਣ ਲੱਗਿਆ। ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ। ਮੈਂ ਛੁੱਟਣ ਦੀ ਕੋਸ਼ਿਸ਼ ਵੀ ਕੀਤੀ। ਮੈਂ ਆਪਣਾ ਪੂਰਾ ਜ਼ੋਰ ਲਗਾ ਕੇ ਉਸ ਨੂੰ ਧੱਕਾ ਦੇ ਦਿੱਤਾ। ਉਹ ਥੱਲੇ ਡਿੱਗ ਪਿਆ। ਇੰਨੇ ਵਿੱਚ ਮੈਂ ਕੋਲ ਪਿਆ ਡੰਡਾ ਚੁੱਕ ਕੇ ਉਸ 'ਤੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦਾ, ਮੈਂ ਆਪਣੇ ਬੇਟੇ ਨੂੰ ਤੇ ਉਸ ਡੱਬੇ ਨੂੰ ਲੈ ਕੇ ਉੱਥੋਂ ਭੱਜ ਗਈ। ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਮੈਂ ਕਿਸ ਪਾਸੇ ਵੱਲ ਜਾ ਰਹੀ ਹਾਂ, ਬਸ ਭੱਜਦੀ ਜਾ ਰਹੀ ਸੀ। ਕੁਝ ਸਮਾਂ ਤਾਂ ਉਹ ਮੇਰੇ ਪਿੱਛੇ ਆ ਰਿਹਾ ਸੀ, ਪਰ ਫਿਰ ਸ਼ਾਇਦ ਵਾਪਸ ਮੁੜ ਗਿਆ। ਮੈਂ ਚੌੜੀ ਸੜਕ 'ਤੇ ਪਹੁੰਚ ਗਈ। ਮੈਨੂੰ ਵੀ ਸਾਹ ਚੜ ਗਿਆ ਸੀ। ਹੁਣ ਮੈਂ ਆਪਣੇ ਬੇਟੇ ਤੇ ਡੱਬੇ ਨਾਲ ਹੋਰ ਨਹੀਂ ਭੱਜ ਸਕਦੀ ਸੀ, ਇਸ ਲਈ ਉੱਥੇ ਹੀ ਬੈਠ ਗਈ।
ਪਰ ਮੈਂ ਬਹੁਤ ਡਰ ਗਈ ਸੀ। ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ। ਹੁਣ ਤਾਂ ਇੱਜ਼ਤ ਬਚਾਉਣੀ ਵੀ ਮੁਸ਼ਕਲ ਹੋ ਗਈ ਸੀ। ਮੈਂ ਬੈਠੀ ਰੋ ਰਹੀ ਸੀ ਕਿ ਅਚਾਨਕ ਮੇਰੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ। ਡਰ ਦੇ ਮਾਰੇ ਮੇਰਾ ਸਾਹ ਉੱਥੇ ਹੀ ਰੁਕ ਗਿਆ। ਜਦੋਂ ਮੁੜ ਕੇ ਦੇਖਿਆ ਤਾਂ ਇਹ ਤਾਂ ਮੇਰਾ ਪਤੀ ਮਨਵੀਰ ਸੀ। ਉਸ ਨੂੰ ਦੇਖ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰਾ ਪਤੀ ਮੇਰੇ ਸਾਹਮਣੇ ਸੀ, ਉਹ ਵੀ ਇਸ ਜ਼ਿੰਦਗੀ ਦੇ ਇਸ ਮੋੜ ਤੇ, ਜਦੋਂ ਮੈਂ ਹਰ ਪਾਸਿਓਂ ਹਾਰ ਚੁੱਕੀ ਸੀ। ਮਨਵੀਰ ਨੇ ਮੈਨੂੰ ਚੁੱਪ ਕਰਵਾਇਆ ਤੇ ਮੈਨੂੰ ਤੇ ਮੇਰੇ ਬੇਟੇ ਨੂੰ ਗਲੇ ਲਾਇਆ। ਉਹ ਸਾਨੂੰ ਲੈ ਕੇ ਕਿਰਾਏ ਦੇ ਕਮਰੇ ਵਿੱਚ ਆ ਗਿਆ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ। ਜਿਸ ਰਾਹੀਂ ਉਹ ਅਮਰੀਕਾ ਜਾ ਰਹੀ ਸੀ, ਉਹ ਗਲਤ ਲੋਕ ਸਨ। ਉਹਨਾਂ ਨੇ ਮੇਰੇ ਪਤੀ ਤੇ ਬਹੁਤ ਜ਼ੁਲਮ ਕੀਤਾ ਅਤੇ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਸਨ। ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਇੰਡੀਆ ਆਏ, ਪਰ ਜਦੋਂ ਘਰ ਗਿਆ ਤਾਂ ਪਤਾ ਚੱਲਿਆ ਕਿ ਸਾਨੂੰ ਘਰੋਂ ਕੱਢ ਦਿੱਤਾ ਗਿਆ ਸੀ। ਉਹਨਾਂ ਨੇ ਹਰ ਜਗ੍ਹਾ ਸਾਨੂੰ ਲੱਭਿਆ। ਮੁਲਾਕਾਤ ਹੋਈ ਤਾਂ ਇਸ ਹਾਲ ਵਿੱਚ, ਪਰ ਮੈਂ ਰੱਬ ਦਾ ਹਰ ਵੇਲੇ ਧੰਨਵਾਦ ਕਰਦੀ ਹਾਂ। ਮਨਵੀਰ ਨੇ ਡੱਬੇ ਵਾਲੇ ਪੈਸਿਆਂ ਨਾਲ ਕੰਮ ਸ਼ੁਰੂ ਕੀਤਾ, ਜੋ ਚੰਗਾ ਚੱਲ ਪਿਆ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਮੈਂ ਹਰ ਵੇਲੇ ਰੱਬ ਦਾ ਸ਼ੁਕਰ ਕਰਦੀ ਹਾਂ।